Good morning students. This is Rajbrinder from Guru Nanak Public Senior Secondary School रैया। ਬੱਚਿਓ ਆਪਾਂ +2 ਕਲਾਸ ਦਾ ਯੂਨਿਟ ਕਰਦੇ ਪਏ ਇਲੈਕਟ੍ਰੋਕੈਮਿਸਟਰੀ ਤੇ ਜੇਕਰ ਆਪਾਂ 2 ਦਿਨ ਪਿਛਲੀ ਗੱਲ ਕਰੀਏ ਆਪਾਂ ਹੈਡਿੰਗ ਲਾਇਆ ਹੀ ਡਿਫਰੈਂਟ ਟਾਈਪਸ ਆਫ ਆਇਨ ਹਾਫ ਸੈਲਸ ਇਸ ਤਰ੍ਹਾਂ ਕਰਕੇ ਤੇ ਉਹਦੇ ਵਿੱਚ ਆਪਾਂ ਉਹ ਹੋ ਗਏ ਨੇ ਸੌਰੀ ਉਹ ਕੰਪਲੀਟ ਹੋ ਗਿਆ। ਆਪਾਂ ਕੱਲ ਪਾਰਟ ਇੱਕ ਕੀਤਾ ਹੀ ਸਟਾਰਟ ਇਲੈਕਟ੍ਰੋਲਿਟਿਕ concentration electrolytic concentration cells electrolytic concentration cells। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਜਿੱਦਾਂ ਜੇ ਦੋਵੇਂ ਰੋਡ ਆ ਦੋਵੇਂ ਕਾਪਰ ਦੀਆਂ ਹੋਣਗੀਆਂ ਦੋਵੇਂ ਆਇਰਨ ਦੀਆਂ ਹੋਣਗੀਆਂ ਬਸ ਫਰਕ ਕੀ ਪੈਣਾ ਵਾ ਉਹਨਾਂ ਦੀ ਕੰਸਨਟ੍ਰੇਸ਼ਨ ਦੇ ਵਿੱਚ। ਜਿੱਦਾਂ ਮੈਂ ਲਿਖਾਂ ਮੈਂ ਇੱਕ ਐਗਜ਼ਾਮਪਲ ਲਈ ਹੀ ਚੀਜ਼ ਆਪਾਂ ਇਹੋ ਹੀ ਆਪਣਾ ਟੌਪਿਕ ਆ ਇਲੈਕਟ੍ਰੋਲਾਈਟਿਕ ਕੰਸਨਟ੍ਰੇਸ਼ਨ ਸੈੱਲ ਨੂੰ ਅੱਗੇ ਪੜ੍ਹਨ ਲੱਗੇ ਆ ਤੁਸੀਂ ਇੱਥੋਂ ਹੀ ਤਾਰਨਾ ਸ਼ੁਰੂ ਕਰਨਾ। ਆਪਾਂ ਐਗਜ਼ਾਮਪਲ ਉਹ ਪੁਰਾਣੀ ਲੈ ਕੇ ਚੱਲਦੇ ਹਾਂ। ਆਪਾਂ ਕੀ ਲਿਆ ਸੀ ਕਾਪਰ +2 ਦੇ ਵਿੱਚ ਬਦਲਿਆ Cu+2 'ਚ ਬਦਲ ਗਿਆ। ਇਹਦੀ ਕੰਸਨਟ੍ਰੇਸ਼ਨ ਹੈਗੀ ਕੋਈ C1 ਦੋ ਲਾਈਨਾਂ ਖਿੱਚੀਆਂ Cu ਇਹਨਾਂ 'ਚ ਵੈਸੇ ਸਾਲਟ ਬ੍ਰਿਜ ਨਹੀਂ ਹੁੰਦਾ ਪਰ ਆਹ ਰਿਪਰਜੈਂਟੇਸ਼ਨ ਇੱਦਾਂ ਹੀ ਕਰਨੀ ਆ Cu+2 ਇਹਦੀ ਕੰਸਨਟ੍ਰੇਸ਼ਨ C2 ਹੋ ਗਈ ਤੇ ਇਹ ਕਿਹ 'ਚ ਬਦਲ ਗਿਆ Cu ਦੇ ਵਿੱਚ। ਹੁਣ ਲੈਫਟ ਸਾਈਡ 'ਤੇ ਕੀ ਹੁੰਦੀ ਅਨੋਡ 'ਤੇ ਕੀ ਹੁੰਦਾ ਪਿਆ ਕਾਪਰ ਆ ਸੋਲਿਡ ਇਹ ਆਪਣੇ ਵਿੱਚੋਂ 2 ਇਲੈਕਟ੍ਰੋਨ ਲੋਸ ਕਰਦਾ ਪਿਆ ਤੇ ਐਕਵਸ ਫਾਰਮ ਦੇ ਵਿੱਚ ਆਉਂਦਾ ਪਿਆ। ਤੇ ਕੈਥੋਡ 'ਤੇ ਕੀ ਹੁੰਦਾ ਪਿਆ ਜੇਕਰ ਆਪਾਂ ਦੂਜਾ ਦੇਖੀਏ ਕੈਥੋਡ 'ਤੇ ਕੀ ਹੁੰਦਾ ਪਿਆ ਕਾਪਰ +2 ਸਟੇਟ ਵਿੱਚ ਆ ਇਹ 2 ਇਲੈਕਟ੍ਰੋਨ ਗੇਨ ਕਰਕੇ ਕਿਹ 'ਚ ਬਦਲਦਾ ਪਿਆ ਕਾਪਰ ਸੋਲਿਡ ਦੇ ਵਿੱਚ 2 ਇਲੈਕਟ੍ਰੋਨ ਗੇਨ ਕਰਕੇ ਕਾਪਰ ਸੋਲਿਡ ਦੇ ਵਿੱਚ ਬਦਲਦਾ ਪਿਆ। ਮੈਂ ਹੁਣੇ ਦੱਸ ਦਿੰਦਾ ਵਾਂ ਜਿਹੜੇ ਮੈਂ ਤੁਹਾਨੂੰ ਨੋਟਸ ਸੈਂਡ ਕਰੂੰਗਾ ਉੱਥੇ ਇੱਥੇ ਕੈਥੋਡ ਨਹੀਂ ਲਿਖਿਆ ਹੋਣਾ ਤੁਸੀਂ ਕੈਥੋਡ ਲਿਖ ਲਿਓ ਤੇ ਉੱਥੇ ਆ ਜਿਹੜੀ ਇਕੁਏਸ਼ਨ ਉਹ ਮੈਂ ਇੱਦਾਂ ਲਿਖੀ ਆ ਵੀ ਆ +2 ਇਲੈਕਟ੍ਰੋਨ ਜਿਹੜੇ ਮੈਂ ਪਰਲੇ ਬੰਨੇ ਲਿਖੇ -2 ਇਲੈਕਟ੍ਰੋਨ। ਵੈਸੇ ਉਹ ਉਦੋਂ ਲਿਖਿਆ ਗਿਆ ਹੋਊਗਾ ਆ ਰਿਪਰਜੈਂਟੇਸ਼ਨ ਬੈਸਟ ਹੁੰਦੀ ਇੱਦਾਂ ਹੀ ਕਰਿਆ ਕਰੋ। ਜਦੋਂ ਕੈਥੋਡ ਦੀ ਵਾਰੀ ਆਉਣੀ ਇੱਧਰ ਗੇਨ ਕਰਾ ਦਿਆ ਕਰੋ ਅਨੋਡ ਦੀ ਵਾਰੀ ਆਉਣੀ ਤੇ ਪਰਲੇ ਬੰਨੇ ਲਿਖ ਦਿਆ ਕਰੋ ਇਲੈਕਟ੍ਰੋਨ। ਹੁਣ ਇਹਨਾਂ ਦੀ ਓਵਰਆਲ ਰਿਐਕਸ਼ਨ ਜੇਕਰ ਮੈਂ ਲਿਖਾਂ 2 ਇਲੈਕਟ੍ਰੋਨ ਨਾਲ 2 ਇਲੈਕਟ੍ਰੋਨ ਕੈਂਸਲ ਹੋ ਗਏ ਕੀ ਆ ਜਾਊਗਾ Cu + Cu2 ਪੋਜ਼ੀਟਿਵ ਆ ਸੋਲਿਡ ਆ ਯਾਦ ਰੱਖਿਓ ਆ ਐਕਵਸ ਤੇ ਦੀ ਕੰਸਨਟ੍ਰੇਸ਼ਨ C1 ਸੌਰੀ ਇਹਦੀ ਕੰਸਨਟ੍ਰੇਸ਼ਨ ਹੈਗੀ ਆ ਦੂਸਰੇ ਵਾਲੇ ਦੀ ਆੜੇ ਵਾਲੇ ਦੀ C2 ਫਿਰ ਐਰੋ ਪਾ ਕੇ ਇਹਦੀ ਕੰਸਨਟ੍ਰੇਸ਼ਨ ਪਹਿਲੇ ਵਾਲੇ ਦੀ ਹੈਗੀ ਆ C1 ਤੇ ਫਿਰ ਕਾਪਰ ਬਣ ਗਿਆ ਸੋਲਿਡ ਫਾਰਮ ਦੇ ਵਿੱਚ। ਹੁਣ ਇੱਥੋਂ ਜੇਕਰ ਮੈਂ Q ਦੀ ਵੈਲਿਊ ਕੱਢਾਂ Q ਤੁਹਾਨੂੰ ਪਤਾ ਕੀ ਹੀ ਰਿਐਕਸ਼ਨ ਕੋਸ਼ੈਂਟ ਇਹ ਕਿੱਦਾਂ ਕੱਢੀ ਦੀ ਇੱਧਰਲੇ ਲਿਖੀ ਦੇ ਸੋਲਿਡ ਵਾਲਾ ਨਹੀਂ ਲਿਖੀਦਾ ਇੱਧਰਲੇ ਲਿਖੀ ਦੇ ਪਹਿਲੋਂ ਲਿਖਣਾ ਕਿਹੜਾ ਹੁੰਦਾ ਸਿਰਫ ਉਹਦੀ ਕੰਸਨਟ੍ਰੇਸ਼ਨ C1 ਡਿਵਾਈਡਡ ਬਾਏ C2 ਸੋਲਿਡ ਦੀ ਕੰਸਨਟ੍ਰੇਸ਼ਨ ਯੂਨਿਟ ਹੀ ਮੰਨ ਕੇ ਚੱਲੀ ਦੀ ਆਪਾਂ। ਇੱਕ ਤੇ Q ਲੱਭ ਗਿਆ ਸਾਨੂੰ N ਕਿੰਨੇ ਇਲੈਕਟ੍ਰੋਨ ਐਕਸਚੇਂਜ ਹੁੰਦੇ ਪਏ ਨੇ 2 N ਕਿੰਨਾ ਆ ਗਿਆ 2 ਤੇ E0 ਸੈੱਲ ਕਿੱਦਾਂ ਕੱਢੀ ਦਾ E0 ਸੈੱਲ ਕੱਢਦੇ ਆਪਾਂ E ਕੈਥੋਡ -E ਐਨੋਡ। ਹੁਣ ਵੇਖੋ ਕੈਥੋਡ ਤੇ ਵੀ ਕੌਣ ਆ ਕਾਪਰ ਅਨੋਡ ਤੇ ਵੀ ਕੈਥੋਡ ਤੇ ਵੀ ਕਾਪਰ ਅਨੋਡ ਤੇ ਵੀ ਕਾਪਰ ਦੋਨਾਂ ਦੀ ਵੈਲਿਊ ਸੇਮ ਹੋਣੀ ਫਿਰ E0 ਸੈੱਲ ਕਿੰਨਾ ਆ ਗਿਆ 0। ਆ ਤਿੰਨ ਚੀਜ਼ਾਂ ਆਪਾਂ ਨਰਸਟ ਇਕੁਏਸ਼ਨ ਵਿੱਚ ਭਰੀਏ E ਸੈੱਲ ਨਰਸਟ ਇਕੁਏਸ਼ਨ ਜਿਹੜੀ ਹੀ ਨਰਸਟ ਇਕੁਏਸ਼ਨ ਕੀ ਹੀ ਸਾਡੇ ਕੋਲ E ਸੈੱਲ E0 ਸੈੱਲ -0.0591/n log Q। ਹੁਣ ਇੱਥੇ E0 ਸੈੱਲ ਦੀ ਜਗ੍ਹਾ 'ਤੇ 0 ਭਰੂੰਗਾ 0.0591 n ਦੀ ਜਗ੍ਹਾ 'ਤੇ 2 ਭਰੂੰਗਾ log Q ਦੀ ਜਗ੍ਹਾ 'ਤੇ C1/C2 ਆ ਗਿਆ। ਫਿਰ ਆ ਮਾਈਨਸ ਰਹਿਣਾ ਯਾਦ ਰੱਖਿਓ -0.0591/2 log C1/C2। ਜੇਕਰ ਤੁਸੀਂ ਆ ਮਾਈਨਸ ਖਤਮ ਕਰਨਾ ਚਾਹੁੰਦੇ ਤੁਸੀਂ ਬਸ ਇੱਥੇ ਥੋੜ੍ਹਾ ਦਿਮਾਗ ਲਾਉਣਾ ਇਹਨਾਂ ਨੂੰ ਬਦਲ ਦੇਣਾ C2 ਉੱਪਰ ਲਿਖ ਦੇਣਾ C1 ਹੇਠਾਂ ਲਿਖ ਦੇਣਾ ਫਿਰ ਆ ਮਾਈਨਸ ਪਲੱਸ 'ਚ ਬਦਲ ਜੂਗਾ। ਇਹ E ਸੈੱਲ ਆ ਗਿਆ। C2 ਦਾ ਮਤਲਬ ਕਿਹੜੀ ਚੀਜ਼
देखो C1 ਦਾ ਮਤਲਬ ਆ ਅਨੋਡ ਤੇ ਪਈ ਚੀਜ਼। ਹੁਣ ਆ ਅਨੋਡ ਵਾਲੀ ਕੰਸਨਟ੍ਰੇਸ਼ਨ ਆ, ਉੱਪਰ ਵਾਲੀ ਕਿਹਦੀ ਕੰਸਨਟ੍ਰੇਸ਼ਨ ਆ, ਕੈਥੋਡ ਵਾਲੀ। ਫਿਰ ਮੈਂ ਇਹਨੂੰ ਇੱਦਾਂ ਵੀ ਲਿਖ ਸਕਦਾ, ਆ ਫਾਰਮੂਲਾ ਕਦੀ ਨਾ ਭੁੱਲਿਓ, E ਸੈੱਲ 0.0591/2 log ਕੈਥੋਡ ਡਿਵਾਈਡਡ ਬਾਏ ਐਨੋਡ। ਇਹ ਨਰਸਟ ਇਕੁਏਸ਼ਨ ਬਣ ਗਈ ਕਿਹੜੇ ਸੈੱਲ ਦੀ, ਇਲੈਕਟ੍ਰੋਲਿਟਿਕ ਕੰਸਨਟ੍ਰੇਸ਼ਨ ਸੈੱਲ ਦੀ। ਆ ਫਾਰਮੂਲਾ ਦੇਖੋ ਤੁਹਾਨੂੰ ਯਾਦ ਰੱਖਣਾ ਪੈਣਾ ਜੇਕਰ ਆਪਾਂ ਇਹ 'ਚ ਵਧੀਆ ਸਕੋਰ ਕਰਨਾ ਵਾ। ਮੈਂ ਤੁਹਾਨੂੰ ਕਿਹਾ ਨਮੈਰੀਕਲ ਆਉਣਾ, ਤੇ ਜੇ ਫਾਰਮੂਲੇ ਨਾ ਸਾਨੂੰ ਰਿਵਾਈਜ਼ ਹੋਣਗੇ ਤੇ ਕਿੱਦਾਂ ਨਮੈਰੀਕਲ ਆਪਾਂ ਪੂਰੇ ਅਟੈਂਪਟ ਕਰਾਂਗੇ। ਹੁਣ ਮੈਂ ਤੁਹਾਨੂੰ ਨਮੈਰੀਕਲ ਕਰਨਾ ਸਿਖਾਉਣਾ ਕਿੱਦਾਂ ਕਰਨਾ ਵਾ। ਨੈਕਸਟ ਨਮੈਰੀਕਲ ਦੇਖਦੇ ਹਾਂ। ਜਿਸ ਤਰ੍ਹਾਂ ਸਾਡੇ ਕੋਲ ਕੁਐਸਚਨ ਆ, ਕੁਐਸਚਨ ਹੈਗਾ ਵਾ ਜ਼ਿੰਕ, ਫਿਰ ਸੈੱਲ ਦੀ ਰਿਪਰਜੈਂਟੇਸ਼ਨ ਲਿਖਣ ਲੱਗਾ, ਜ਼ਿੰਕ ਤੋਂ ਬਾਅਦ ਲਿਖਣਾ Zn+2 ਲਿਖ ਲਓ ਜਾਂ ਜ਼ਿੰਕ ਸਲਫੇਟ, ਇਹਦੇ 'ਚੋਂ ਹੀ +2 ਬਣਨਾ ਇਹਨੇ। ਤੇ ਇਹਦੀ ਕੰਸਨਟ੍ਰੇਸ਼ਨ A ਨਾਲ ਰਿਪਰਜੈਂਟ ਕਰਦੇ ਪਏ, A1 ਦਿੱਤਾ 0.2, ਫਿਰ ਦੋ ਲਾਈਨਾਂ ZnSO4 A2 Zn, ਤੇ ਸਾਨੂੰ ਕੀ ਕਿਹਾ ਵਾ, ਹੋਰ ਕੀ ਗਿਵਨ ਆ, EMF ਕਿੰਨਾ ਦਿੱਤਾ, EMF ਹੈਗਾ ਵਾ -0.008 ਵੋਲਟ ਐਟ 25 ਡਿਗਰੀ ਸੈਲਸੀਅਸ। ਕੈਲਕੂਲੇਟ ਦਾ ਵੈਲਿਊ ਆਫ A2, ਕੈਲਕੂਲੇਟ ਦਾ ਵੈਲਿਊ ਆਫ A2, ਆਹ ਚੀਜ਼ ਸਾਨੂੰ ਕਹੀ। ਹੁਣ ਆਪਾਂ ਦੇਖਦੇ ਇਹਨੂੰ ਕਿੱਦਾਂ ਕਰਾਂਗੇ। ਪਹਿਲੀ ਗੱਲ ਆਪਾਂ ਦੇਖਦੇ ਕੈਥੋਡ 'ਤੇ ਕੀ ਹੁੰਦਾ ਪਿਆ, ਫਿਰ ਆਪਾਂ ਦੇਖਦੇ ਹਾਂ ਐਨੋਡ 'ਤੇ ਕੀ ਹੁੰਦਾ ਪਿਆ, ਤਾਂ ਕਿ ਐਨ ਵਗੈਰਾ ਲੱਭ ਸਕੇ। ਕੈਥੋਡ ਹੁੰਦੀ ਇੱਧਰਲੀ ਲੈਫਟ 'ਤੇ ਹੁੰਦਾ ਐਨੋਡ, ਰਾਈਟ 'ਤੇ ਹੁੰਦਾ ਕੈਥੋਡ। ਕੈਥੋਡ 'ਤੇ ਆਹ ਚੀਜ਼ ਆ Zn SO4 'ਤੇ ਹੁੰਦਾ -2, ਤੇ ਇੱਥੇ ਕੀ ਹੋਊਗਾ +2। ਜ਼ਿੰਕ +2 ਸਟੇਟ ਵਿੱਚ ਆ, 2 ਇਲੈਕਟ੍ਰੋਨ ਗੇਨ ਕਰਕੇ ਜ਼ਿੰਕ ਸੋਲਿਡ ਸਟੇਟ 'ਚ ਪਹੁੰਚ ਗਿਆ। ਤੇ ਇੱਥੇ ਜ਼ਿੰਕ ਦੀ ਕੰਸਨਟ੍ਰੇਸ਼ਨ ਕਿੰਨੀ ਦਿੱਤੀ ਆ, A2 ਕੰਸਨਟ੍ਰੇਸ਼ਨ ਦਿੱਤੀ, ਯਾਦ ਰੱਖਿਓ। ਅਨੋਡ 'ਤੇ ਕੀ ਹੁੰਦਾ ਪਿਆ, ਜ਼ਿੰਕ ਸੋਲਿਡ ਫਾਰਮ ਦੇ ਵਿੱਚ ਆ, ਇਹ +2 ਫਾਰਮ ਵਿੱਚ ਚਲ ਗਿਆ, 2 ਇਲੈਕਟ੍ਰੋਨ ਲੋਸ ਕਰਕੇ। ਇੱਥੇ ਦੀ ਕੰਸਨਟ੍ਰੇਸ਼ਨ ਕਿੰਨੀ ਦਿੱਤੀ, A1 ਕਿੰਨਾ 0.2। ਮੈਂ ਫਿਲਹਾਲ A1 ਹੀ ਲਿਖਦਾ, ਨੈਕਸਟ ਸਟੈਪ 'ਚ 0.2 ਲਿਖ ਦੂੰਗਾ। ਹੁਣ ਜੇਕਰ ਮੈਂ ਇਹਦੀ ਓਵਰਆਲ ਇੱਥੇ ਜੇ ਮੈਂ N ਵੇਖਾਂ, N ਕਿੰਨਾ ਮੈਨੂੰ ਲੱਭ ਗਿਆ, N ਕਿੰਨੇ ਇਲੈਕਟ੍ਰੋਨ ਐਕਸਚੇਂਜ ਹੁੰਦੇ ਪਏ, 2, N ਦੀ ਵੈਲਿਊ ਲੱਭ ਗਈ। ਹੁਣ ਇਹਨਾਂ ਨੂੰ ਐਡ ਕਰੀਏ, ਕੀ ਆ ਜਾਊਗਾ, Zn+2 ਕਿਹੜਾ A2 ਵਾਲਾ ਪਲੱਸ Zn ਸੋਲਿਡ, ਫਿਰ Zn ਸੋਲਿਡ ਪਲੱਸ Zn+2 ਕਿਹੜਾ A1 ਵਾਲਾ। ਤੇ Q ਕਿੱਦਾਂ ਲਿਖੀਦਾ, ਪਹਿਲੋਂ ਇੱਧਰਲੀ ਲਿਖੀ ਦੀ A1 ਓਵਰ ਕੀ ਆ ਜਾਊਗਾ A2। ਇਹ Q ਦੀ ਵੈਲਿਊ ਆ ਗਈ, ਤੇ ਸਾਡੇ ਕੋਲ ਇੱਕ ਵੈਲਿਊ ਹੈਗੀ ਆ, ਕਿੰਨੀ ਆ, ਸਾਡੇ ਕੋਲ ਕਿਹਦੀ ਵੈਲਿਊ ਹੈਗੀ ਆ, A1 ਦੀ। A1 ਕਿੰਨਾ ਹੈਗਾ 0.2/A2 ਆ ਗਿਆ। ਹੁਣ ਇਹ ਚੀਜ਼ਾਂ Q ਦੀ ਵੈਲਿਊ, N ਦੀ ਵੈਲਿਊ, ਇੱਕ ਚੀਜ਼ ਹੋਰ ਆਪਾਂ ਨੂੰ ਪਤਾ ਰਹਿਣਾ ਚਾਹੀਦਾ, E0 ਸੈੱਲ, E ਕੈਥੋਡ -E ਐਨੋਡ ਦੋਨੋਂ ਜ਼ਿੰਕ ਆ, ਤੇ ਕਿੰਨਾ ਆਉਣਾ 0। ਤੇ ਆਪਾਂ ਉਹ ਫਾਰਮੂਲਾ ਲਾਈਏ, ਕਿਹੜੀ ਇਕੁਏਸ਼ਨ, ਨਰਸਟ ਇਕੁਏਸ਼ਨ ਕੀ ਹੀ, E ਸੈੱਲ E0 ਸੈੱਲ -0.0591 N log Q, ਆ ਤੇ ਹੋ ਗਿਆ 0.0591 N ਦੀ ਜਗ੍ਹਾ ਤੇ 2 log Q ਦੀ ਜਗ੍ਹਾ ਤੇ 0.2/A2। ਮੈਂ ਤੁਹਾਨੂੰ ਦੱਸ ਚੁੱਕਿਆ ਮਾਈਨਸ ਨੂੰ ਪਲੱਸ ਕਿੱਦਾਂ ਕਰਨਾ। ਆਪਾਂ ਕੀ ਕਰਨਾ ਹੁੰਦਾ, ਇਹਨਾਂ ਨੂੰ ਬਦਲ ਦੇਈਦਾ, A2 ਉੱਪਰ ਚਲ ਗਿਆ, 0.2 ਹੇਠਾਂ ਆ ਗਿਆ। E ਸੈੱਲ, ਹੁਣ ਆਪਾਂ ਇਹਨੂੰ ਸੋਲਵ ਕਰਦੇ, ਕਿੰਨਾ ਕੁ ਆ ਜਾਂਦਾ। E ਸੈੱਲ ਦੀ ਵੈਲਿਊ ਦਿੱਤੀ ਸਾਨੂੰ, ਕਿੰਨਾ ਦਿੱਤਾ, -0.008 ਇਜ਼ ਇਕੁਅਲ ਟੂ, ਇੱਧਰ ਹੈਗਾ 0.0591 log A2/A2।
0.2 ਹੁਣ ਤੁਸੀਂ ਇਹਨੂੰ ਇੱਥੇ ਵੈ A2 ਆਉਣਾ ਵਾ 0.1 ਕਿੱਦਾਂ ਆਉਂਦਾ ਵਾ। ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ, ਆਹ ਜਿਹੜੀ ਚੀਜ਼ ਆ ਇਹਨੂੰ ਇੱਧਰ ਲੈ ਕੇ ਆਉਨੇ ਆ, ਡਿਵਾਈਡ ਹੋਣ ਡਿਆ ਮਲਟੀਪਲਾਈ ਉਹ ਆ ਡਿਵਾਈਡ ਹੋ ਜਾਊਗਾ -0.008 ਇੰਟੂ 2 0.0591 log m ਮਾਈਨਸ log n ਆ ਚੀਜ਼ ਆ ਜੂਗੀ। ਹੁਣ ਇਹਨਾਂ ਨੂੰ ਸੋਲਵ ਕੀਤਾ, ਇੱਥੇ 4 ਡਿਜਿਟ ਮੈਂ ਇੱਥੇ 88 ਕਰ ਸਕਦਾ ਵੀ ਇੱਥੇ ਵੀ 4 ਤੇ ਇੱਥੇ ਵੀ 4 ਹੋ ਕੇ ਉੱਪਰ ਕਿੰਨਾ ਬਚਿਆ -88 ਪੁਆਇੰਟ ਨਾ ਪੁਆਇੰਟ ਖਤਮ ਹੋ ਗਏ 5912 log A2 log 0.2 ਨੂੰ ਮੈਂ 2/10 ਲਿਖ ਸਕਦਾ। ਇੱਥੇ ਕੀ ਬਣੂਗਾ A2 ਜਾਂ 16 A2 ਜਾਂ 16 ਤੇ 17 591 log A2 ਮਾਈਨਸ ਇਹਨੂੰ ਲਿਖ ਸਕਦਾ log m, ਫਿਰ mn ਲੱਗ ਗਿਆ log n, log 10 ਕਿੰਨਾ ਹੁੰਦਾ 1 ਯਾਦ ਰੱਖਿਓ, ਤੇ log 2 ਹੁੰਦਾ 0.30 30 10 ਹੁੰਦਾ 32 ਅਪ ਟੂ 2 ਡੈਸੀਮਲ ਪਲੇਸਿਸ ਤੱਕ ਤੁਸੀਂ ਲਿਖ ਸਕਦੇ ਆ। ਇਹ ਆ ਜਾਣਾ 0. ਇਹਦੀ ਵੈਲਿਊ 30 ਆ ਮਾਈਨਸ ਇੱਧਰ ਆਣ ਕੇ ਪਲੱਸ ਹੋਊਗੀ ਠੀਕ ਹੈ। ਫਿਰ ਇਹਨੂੰ ਕੋਈ ਨਾ ਕੋਈ ਸੋਲਵ ਕਰਕੇ ਜਿੱਦਾਂ ਐਲਸੀਐਮ ਲੈ ਲਿਓ ਵਗੈਰਾ -176 591 30/100 log A2 ਇਹਨੂੰ ਆਪਾਂ ਅਪਰੋਕਸੀਮੇਟ ਕਰਦੇ ਹਾਂ। ਉੱਪਰ ਆਪਾਂ ਲਿਖ ਦਿੰਨੇ 180 176 ਨੂੰ 180 ਲਿਖਤਾ 591 ਨੂੰ 600 ਲਿਖਤਾ ਤਾਂ ਕਿ ਆਪਣੀ ਕਟਿੰਗ ਹੋ ਸਕੇ। ਤੇ ਇੱਥੇ 3/10 log A2 0 ਨਾ 0 6 10 ਜਾ 6 3 ਜਾ 6 10 ਜਾ 66 3 ਜਾ 3/10 3/10 ਇਹ 0 ਬਣ ਜਾਂਦਾ ਹੈ। ਆਪਾਂ ਅਪਰੋਕਸੀਮੇਟ ਇੱਥੇ ਨਾ ਕਰੀਏ ਫਿਰ ਇਹ ਕਿਉਂਕਿ ਇੱਥੇ ਵੈਲਿਊ 0 ਬਣਦੀ ਨਾ, ਅਪਰੋਕਸੀਮੇਟ ਨਾ ਕਰੀਏ। 176 ਨੂੰ 591 ਜਾਂ ਹੇਠਾਂ ਐਲਸੀਐਮ ਲੈ ਲਈਏ ਕਿੰਨਾ ਆ ਜਾਊਗਾ 591 ਨਾਲ 0 ਲਾ ਦਿੰਨੇ ਤੇ ਇੱਧਰ ਕਿੰਨਾ ਆਉਣਾ 1760 ਤੇ 3 × 591 log A2 1760 3 1 ਜਾ 3 3 9 ਜਾ 27 5 3 ਜਾ 15 ਤੇ 2 17 10 log A2 ਪਲੱਸ ਮਾਈਨਸ ਕੀਤਾ ਕਿੰਨੇ ਬਚਣੇ ਸਿਰਫ 13 5910 log A2 ਤੇ log ਜਿਹੜਾ ਪਰਲੇ ਬੰਨੇ ਜਾ ਕੇ ਕੀ ਬਣ ਜਾਂਦਾ ਐਂਟੀ log -13 5910 ਤੇ ਆ ਪੂਰੇ ਦੀ ਵੈਲਿਊ ਕਿੰਨੀ ਆਉਣੀ ਆ। ਇਹ ਟੇਬਲ ਤੋਂ ਵੇਖ ਕੇ ਕਰੀਦਾ ਵਾ, ਸਾਨੂੰ ਕੁਝ ਦਿੱਤੀਆਂ ਹੁੰਦੀਆਂ ਨੂਮੈਰੀਕਲ 'ਚ ਵੈਲਿਊ ਗਿਵਨ A2 ਕਿੰਨਾ ਆਉਣਾ ਜੇ 0.1006 ਠੀਕ ਹੈ। ਕੈਲਕੂਲੇਸ਼ਨ ਆਰਾਮ ਨਾਲ ਫਿਰ ਕਰਿਓ, ਦੇਖਿਓ ਕੋਈ ਮਿਸਟੇਕ ਨਾ ਹੋਵੇ। ਵੈਸੇ ਇਹਦਾ ਆਨਸਰ ਆਉਣਾ 0.1006। ਥੈਂਕ ਯੂ।